ਜਾਗੋ ਪਾਰਟੀ ਮੁਖੀ ਸਰਦਾਰ ਮਨਜੀਤ ਸਿੰਘ ਜੀਕੇ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ। ਇਸ ਮੌਕੇ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਅੱਜ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਸਫਲਤਾ ਤੇ ਪੂਰਨ ਆਸ ਪ੍ਰਗਟਾ ਰਹੇ ਹਨ ਅਤੇ ਕਿਸਾਨਾਂ ਦੀ ਇਹ ਬਹੁਤ ਵਧੀਆ ਸੋਚ ਹੈ ਕਿ ਉਹਨਾਂ ਨੇ ਰਾਜਸੀ ਪਾਰਟੀਆਂ ਦੇ ਕਿਸੇ ਵੀ ਨੁਮਾਇੰਦੇ ਨੂੰ ਸਟੇਜ ਤੋਂ ਬੋਲਣ ਦਾ ਮੌਕਾ ਨਹੀਂ ਦਿੱਤਾ। ਸਰਦਾਰ ਜੀਕੇ ਨੇ ਕਿਹਾ ਕਿ ਇਹ ਸੋਚ ਹੀ ਇਸ ਅੰਦੋਲਨ ਨੂੰ ਸਿਖਰ ਤੇ ਲਿਜਾ ਰਹੀ ਹੈ। ਮੰਗਾਂ ਜਿਹੜੀਆਂ ਨੇ ਪੂਰਨ ਤੌਰ ਤੇ ਮੰਨ ਲੈਣੀਆਂ ਚਾਹੀਦੀਆਂ। ਕਈ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਨੇ। ਇਹ ਠੀਕ ਹੈ ਕਿ ਡਾਇਲੌਗ ਹੋਣਾ ਚਾਹੀਦਾ। ਗੁਰੂ ਨਾਨਕ ਸਾਹਿਬ ਨੇ ਵੀ ਸੰਵਾਦ ਦੀ ਗੱਲ ਕਹੀ ਸੀ, ਪਰ ਮੈਂ ਸਮਝਦਾ ਜਿਹੋ ਜਿਹੇ ਠੰਡ, ਜਿਹੋ ਜਿਹਾ ਮੀਂਹ, ਜਿਹੋ ਜਿਹਾ ਕੋਹਰਾ ਔਰ ਜਿਵੇਂ ਨਿੱਕੇ ਨਿੱਕੇ ਬੱਚਿਆਂ ਤੋਂ ਲੈ ਕੇ 80-90 ਸਾਲ ਦੇ ਬਜ਼ੁਰਗਾਂ ਤੱਕ ਉੱਥੇ ਬੈਠੇ ਆ, ਇਹ ਚਾਹੀਦਾ ਮੋਦੀ ਸਰਕਾਰ ਨੂੰ ਕਿ ਇਹਦਾ ਫੈਸਲਾ ਇਮੀਡੀਏਟ ਕਰੇ ਤਾਂ ਕਿ ਕਿਸਾਨ ਆਪਣੇ ਘਰਾਂ ਨੂੰ ਜਾਣ। ਔਰ ਅਗਰ ਇਹ ਕਿਸਾਨ ਇੱਥੇ ਬੈਠੇ ਰਹਿ ਗਏ ਤਾਂ ਸ਼ਾਇਦ ਹਿੰਦੁਸਤਾਨ ਦੇ ਵਿੱਚ ਅਕਾਲ ਦੀ ਸਿਚੁਏਸ਼ਨ ਆ ਸਕਦੀ ਹੈ। ਇਹ ਹਿੰਦੁਸਤਾਨ ਪੂਰੇ ਨੂੰ ਅੰਨ ਦਿੰਦੇ ਨੇ, ਅੰਨਦਾਤਾ ਨੇ ਸਾਡੇ। ਹਾਂ, ਇਹੀ ਮੈਂ ਕਹਿ ਰਿਹਾ ਕਿ ਇਸ ਲਈ ਜਲਦੀ ਇਸ ਨੂੰ ਕਰਨਾ ਚਾਹੀਦਾ। ਇਸ ਨੂੰ ਕਈ ਦੌਰ ਦੀ ਮੀਟਿੰਗ। ਹਾਂ, ਇੱਕ ਗੱਲ ਕਿਸਾਨਾਂ ਨੇ ਚੰਗੀ ਕੀਤੀ ਹੈ ਕਿ ਕਿਸੇ ਪੋਲੀਟੀਕਲ ਪਾਰਟੀ ਨੂੰ ਆਪਣੀ ਸਟੇਜ ਤੇ ਨਹੀਂ ਚੜ੍ਹਨ ਦਿੱਤਾ, ਕਿਉਂਕਿ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਸੋਚ ਆ ਉਹ ਚਾਹੁੰਦੇ ਆ ਕਿ ਉੱਥੇ ਕੋਈ ਦੰਗਾ ਹੋ ਜਾਵੇ, ਕੋਈ ਉੱਥੇ ਤਸ਼ੱਦਦ ਹੋ ਜਾਵੇ, ਤਾਂ ਕਿ ਉਹਨਾਂ ਦੀ ਜਿਹੜੀ ਗੁੰਮੀ ਹੋਈ ਰਾਜਨੀਤਿਕ ਗਰਾਊਂਡ ਹੈ ਉਹ ਉਸ ਨੂੰ ਲੱਭਣਾ ਚਾਹ ਰਹੀਆਂ ਪੋਲੀਟੀਕਲ ਪਾਰਟੀਆਂ। ਤੇ ਇਸ ਕਰਕੇ ਮੈਂ ਸਮਝਦਾ ਵਾਂ ਕਿ ਕਿਸਾਨ ਚੰਗਾ ਕਰ ਰਹੇ ਨੇ, ਡਾਇਰੈਕਟ ਗੱਲ ਕਰ ਰਹੇ ਨੇ ਔਰ ਸਿੱਧੀ ਗੱਲ ਕਰ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤਣ ਦੇ ਕੀਤੇ ਜਾ ਰਹੇ ਦਾਅਵੇ ਸੰਬੰਧੀ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖਣੇ ਛੱਡ ਦੇਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਨੇ ਪਹਿਲਾਂ ਖੇਤੀ ਬਿੱਲਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ, ਪਰ ਜਦੋਂ ਉਹਨਾਂ ਦਾ ਵਿਰੋਧ ਸ਼ੁਰੂ ਹੋਇਆ ਤਾਂ ਉਹਨਾਂ ਪਾਸਾ ਪਲਟਦਿਆਂ ਹਰਸਿਮਰਤ ਕੌਰ ਬਾਦਲ ਤੋਂ ਅਸਤੀਫਾ ਦਵਾ ਦਿੱਤਾ ਅਤੇ ਆਪ ਵੀ ਐਨਡੀਏ ਨਾਲੋਂ ਨਾਤਾ ਤੋੜ ਦਿਆ। ਜੀਕੇ ਨੇ ਕਿਹਾ ਕਿ ਪੰਥ ਤੇ ਕਿਸਾਨੀ ਵੱਲੋਂ ਵੋਟ ਸ਼੍ਰੋਮਣੀ ਅਕਾਲੀ ਦਲ ਨਾਲ ਟੁੱਟ ਚੁੱਕੀ ਹੈ ਅਤੇ ਹੁਣ ਅਕਾਲੀ ਦਲ ਦਾ ਆਧਾਰ ਹੀ ਖਤਮ ਹੁੰਦਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਨੂੰ ਹਮੇਸ਼ਾ ਆਪਣੇ ਹਿੱਤਾਂ ਲਈ ਵਰਤਿਆ ਹੈ। ਉਹਨਾਂ ਦਾਅਵੇ ਨਾਲ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੁਝ ਮਹੀਨਿਆਂ ਤੱਕ ਹੋਣ ਵਾਲੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬੁਰੀ ਤਰ੍ਹਾਂ ਸਫਾਇਆ ਹੋ ਜਾਵੇਗਾ। ਮੈਂ ਸਮਝਦਾ ਕਿ ਸਰ ਸੁਖਬੀਰ ਸਿੰਘ ਬਾਦਲ ਨੂੰ ਸੁਪਨੇ ਦੇਖਣ ਦੀ ਆਦਤ ਹੈ। 2014 ਤੋਂ ਅਕਾਲੀ ਦਲ ਦਾ ਡਾਊਨਫਾਲ ਹੋਇਆ ਸੀ, ਜਦੋਂ ਇੱਥੇ ਉਹ ਜੇਟਲੀ ਹਾਰ ਕੇ ਗਏ ਸੀ ਔਰ ਇਹ ਐਮਪੀ ਦੀਆਂ ਸੀਟਾਂ ਹਾਰੇ ਸੀ। 2017 ਹੀ ਤੁਹਾਡੇ ਸਾਹਮਣੇ ਹੈ ਔਰ ਲੋਕਾਂ ਦੇ ਮਨਾਂ 'ਚ ਹੈ ਕਿ ਜਿਹੜਾ ਡੇਰੇ ਨੂੰ ਮਾਫੀ ਦਿੱਤੀ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਦਾ ਜੇ ਕੋਈ ਹਿਸਾਬ ਲੈਣ ਆਇਆ, ਤੁਸੀਂ ਇੱਥੇ ਡਾਂਗਾਂ ਨਾਲ ਕੁੱਟਿਆ। ਔਰ ਮੈਨੂੰ ਯਾਦ ਹੈ ਜਦੋਂ ਐਮਪੀ ਇਲੈਕਸ਼ਨ ਦੀਆਂ ਚੋਣਾਂ ਆਣੀਆਂ ਸੀਗੀਆਂ, ਇਸੇ ਜਗ੍ਹਾ ਤੇ ਮੇਰੇ ਤੋਂ ਇੰਟਰਵਿਊ ਲਿਆ ਸੀ ਤੁਹਾਡੇ ਕਈ ਵੀਰਾਂ ਨੇ ਕਿ ਜੇ ਹੁਣ ਚੋਣ ਨਤੀਜੇ ਠੀਕ ਨਾ ਆਏ ਤੇ ਮੈਂ ਕਿਹਾ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ। 10 ਚੋਂ 2 ਸੀਟਾਂ ਜਿੱਤਦੇ ਮੀਆਂ ਬੀਬੀ ਸਭ ਹਾਰ ਜਾਂਦੇ ਆ। ਔਰ ਅਕਾਲੀ ਦਲ ਦਾ ਜੋ ਹਾਲ ਹੋ ਰਿਹਾ ਤੁਹਾਡੇ ਸਾਹਮਣੇ ਹੈ ਕਿ ਪਹਿਲੇ ਬਿੱਲ ਨੂੰ ਆਪ ਮੋਹਰ ਲਾਉਂਦੇ ਆ, ਆਪ ਪਾਸ ਕਰਾਉਂਦੇ ਆ, ਪ੍ਰੈਸ ਕਾਨਫਰੰਸਾਂ ਕਰਦੇ ਆ। ਅੱਜ ਇਹ ਡਰਾਮੇ ਕਰਦੇ ਪਏ ਕਿ ਅਸੀਂ ਅਸਤੀਫਾ ਦੇ ਦਿੱਤਾ, ਅਸੀਂ ਕਿਸਾਨਾਂ ਦੇ ਨਾਲ ਖੜੇ, ਔਰ ਕਿਸਾਨ ਇਹਨਾਂ ਨੂੰ ਰੈਕਗਨਾਈਜ਼ ਨਹੀਂ ਕਰ ਰਹੇ। ਅਕਾਲੀ ਦਲ ਦੀਆਂ 2 ਤਾਕਤਾਂ ਸੀਗੀਆਂ, ਇੱਕ ਪੰਥਕ ਵੋਟ ਔਰ ਇੱਕ ਕਿਸਾਨੀ। ਨਾ ਪੰਥ ਇਹਨਾਂ ਦੇ ਨਾਲ ਰਿਹਾ, ਨਾ ਕਿਸਾਨ ਇਹਨਾਂ ਦੇ ਨਾਲ ਰਹੇ। 2022 ਚ ਮੇਰਾ ਖਿਆਲ ਹੈ ਕਿ ਆਪਣੇ ਘਰ 'ਚ ਹੀ ਬਾਦਲ ਸਾਹਿਬ ਨੂੰ ਬਿਠਾਣਗੇ ਮੁੱਖ ਮੰਤਰੀ ਬਣਾ ਕੇ। ਦੇਖੋ, ਗੱਲ ਇਹ ਹੈ ਕਿ ਜੋ ਨੀਤੀਆਂ ਨੇ, ਜਿਸ ਕਿਸਮ ਦੇ ਲੋਕ ਦਿੱਲੀ 'ਚ ਇਹਨਾਂ ਨੇ ਬਿਠਾਏ ਹੈ, ਉਹ ਭਾਵੇਂ ਮਨਜਿੰਦਰ ਸਿੰਘ ਸਿਰਸਾ ਹੋਵੇ, ਭਾਵੇਂ ਹਰਮੀਤ ਸਿੰਘ ਕਾਲਕਾ ਹੋਵੇ, ਇਹ ਸਾਰੇ ਰਾਜਨੀਤਿਕ ਲੋਕ ਨੇ। ਜਾਂ ਇਹ ਕਬਜ਼ੇ ਕਰਕੇ ਇਹੋ ਜਿਹੀ ਗੱਲਾਂ ਤੋਂ ਨਾ ਇਹਨਾਂ ਦਾ ਪਿਛੋਕੜ ਹੈ। ਜੋ ਸੁਖਬੀਰ ਸਿੰਘ ਬਾਦਲ ਇੱਥੇ ਕਰਦੇ ਰਹੇ ਕਿ ਸ਼੍ਰੋਮਣੀ ਕਮੇਟੀ ਹੋਵੇ, ਅਕਾਲ ਤਖਤ ਸਾਹਿਬ ਹੋਵੇ, ਆਪਣੇ ਪਰਿਵਾਰ ਲਈ ਵਰਤਿਆ, ਇੱਦਾਂ ਹੀ ਇਹ ਦਿੱਲੀ ਗੁਰਦੁਆਰਾ ਕਮੇਟੀ ਔਰ ਤਖਤ ਪਟਨਾ ਸਾਹਿਬ ਨੂੰ ਆਪਣੇ ਪਰਿਵਾਰ ਲਈ ਵਰਤਦੇ ਆ। ਮੈਂ ਸਮਝਦਾ ਵਾਂ ਕਿ ਇਹਦਾ ਭੁਗਤਾਨ ਦਿੱਲੀ ਦੀ ਇਲੈਕਸ਼ਨਾਂ 'ਚ ਤੁਸੀਂ ਤਾਂ 2022 ਚ ਆਖਦੇ ਹੋ ਕਿ ਮੁੱਖ ਮੰਤਰੀ ਬਣ ਗਏ ਸਰ ਪ੍ਰਕਾਸ਼ ਸਿੰਘ ਬਾਦਲ। ਅੱਜ 4 ਮਹੀਨਿਆਂ 3 ਮਹੀਨਿਆਂ ਬਾਅਦ ਸਾਡੀ ਦਿੱਲੀ ਦੀ ਚੋਣ ਹੈ, ਉੱਥੋਂ ਬੈਰੰਗ ਚਿੱਠੀ ਅੰਗਰ ਵਾਪਸ ਆਣਗੇ, ਉਹਦੇ ਬਾਅਦ ਐਸਜੀਪੀਸੀ ਵੀ ਹਾਰਨਗੇ ਔਰ ਵਿਧਾਨ ਸਭਾ ਵੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਸਨ। ਨਤਮਸਤਕ ਹੋਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਆਏ ਹਨ। ਉਹਨਾਂ ਨੇ ਕਿਹਾ ਕਿ ਜੋ ਦਿੱਲੀ ਬਾਰਡਰ ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ, ਅਸੀਂ ਉਹਨਾਂ ਦੀ ਵੀ ਫਤਿਹ ਦੀ ਅਰਦਾਸ ਕਰਦੇ ਹਾਂ ਕਿ ਕਿਸਾਨ ਜਲਦ ਹੀ ਫਤਿਹ ਹਾਸਲ ਕਰਕੇ ਆਪਣੇ ਘਰਾਂ ਨੂੰ ਵਾਪਸ ਪਰਤਣ।
ਉਹਨਾਂ ਨੇ ਕਿਹਾ ਕਿ ਇੱਥੇ ਨਵੇਂ ਸਾਲ ਦੀ ਸ਼ੁਰੂਆਤ ਤੇ ਮੱਥਾ ਟੇਕਣ ਆਏ ਹਨ ਅਤੇ ਲੋਕਾਂ ਦੀ ਸਿਹਤ ਲਈ ਅਰਦਾਸ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਸਵੀਕਾਰ ਕਰੇ, ਕਿਉਂਕਿ ਲੰਬੇ ਸਮੇਂ ਤੋਂ ਅੰਦੋਲਨ ਕਰਨਗੇ ਤਾਂ ਅਨਾਜ ਦੀ ਘਾਟ ਰਹੇਗੀ। ਉਹਨਾਂ ਨੇ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂ ਨੂੰ ਸਟੇਜ ਤੋਂ ਬੋਲਣ ਦੀ ਆਗਿਆ ਨਾ ਦੇਣ ਲਈ ਕਿਸਾਨਾਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਇਸ ਮੁੱਦੇ ਨੂੰ ਸੁਲਝਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਇਹ ਸਕਾਰਾਤਮਕ ਗੱਲ ਹੈ ਕਿ ਕਿਸਾਨ ਸਰਕਾਰ ਨਾਲ ਮੁਲਾਕਾਤ ਵਿੱਚ ਹਿੱਸਾ ਲੈ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਬਾਰੇ ਮੀਡੀਆ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ 2022 ਦੀਆਂ ਚੋਣਾਂ ਲਈ ਅਕਾਲੀ ਦਲ ਮਾੜੇ ਹਾਲਾਤਾਂ ਵਿੱਚ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ DSGMC ਦੀਆਂ ਚੋਣਾਂ ਵਿੱਚ ਵੀ ਉਹਨਾਂ ਕਿਹਾ ਕਿ ਸਾਡੀ ਸਿੱਧੀ ਲੜਾਈ DSGMC ਦੀਆਂ ਚੋਣਾਂ ਵਿੱਚ ਅਕਾਲੀ ਦਲ ਬਾਦਲ ਦੇ ਨਾਲ ਹੈ। ਅੰਮ੍ਰਿਤਸਰ ਤੋਂ ਸਿੱਖ ਨਿਊਜ਼ ਐਕਸਪ੍ਰੈਸ ਦੇ ਲਈ ਹਰਜੀਤ ਗਰੇਵਾਲ। ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।